TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਜੱਗ ਜ਼ਾਹਰ ਹੋਣ ਲੱਗੀ ਆਪ ਵਿਧਾਇਕਾਂ ਦੀ ਨਾਰਾਜ਼ਗੀ। DGP ਤੋਂ ਬਾਅਦ ਪੰਜਾਬ ਸਰਕਾਰ ਨੇ ਮੁੱਖ ਸਕੱਤਰ ਵੀ ਬਦਲਿਆ। ਇਨਸਾਫ ਮੋਰਚੇ ਦੀ ਪੰਜਾਬ ਸਰਕਾਰ ਨੂੰ ਚੇਤਾਵਨੀ। ਉਦੋਂ ਤੱਕ ਟੇਕੇ ਨਹੀਂ ਬੈਠਾਂਗਾ ਜਦੋਂ ਤੱਕ ਬੇਅਦਬੀ ਦੇ ਦੋਸ਼ੀਆਂ ਨੂੰ ਜੇਲ੍ਹ ਨਹੀਂ ਪਹੁੰਚਾ ਦਿੰਦਾ, ਮੁੱਖ ਮੰਤਰੀ ਮਾਨ ਦਾ ਕਹਿਣਾ। ਮੂਸੇਵਾਲਾ ਕਤਲ ਕਾਂਡ ਵਿੱਚ ਸ਼ਾਰਪ ਸ਼ੂਟਰ ਦੇ ਅਹਿਮ ਖੁਲਾਸੇ। ਕੈਪਟਨ ਅਮਰਿੰਦਰ ਦੇ 3 OSD ਸਰਕਾਰੀ ਰਿਹਾਇਸ਼ ਖਾਲੀ ਨਾ ਕਰਨ ਤੇ ਅੜੇ ਅਤੇ ED ਦੀ ਜਾਂਚ ਤੋਂ ਬਾਅਦ ਬਹੁ ਕਰੋੜੀ ਘੁਟਾਲੇ ਦੀ ਜਾਂਚ ਪੰਜਾਬ ਸਰਕਾਰ ਨੇ ਵੀ ਕੀਤੀ ਸ਼ੁਰੂ। ਦੋਸਤੋ, ਇਹ ਕੁਝ ਜਾਣਕਾਰੀਆਂ ਨੇ ਜਿਨ੍ਹਾਂ ਨੂੰ ਆਪਣੇ ਪ੍ਰੋਗਰਾਮ ਦੇ ਦੌਰਾਨ ਵਿਸਥਾਰ ਦੇ ਨਾਲ ਵਿਚਾਰਿਆ ਜਾਏਗਾ। ਇਹਦੇ ਤੋਂ ਪਹਿਲਾਂ ਕਿ ਇਹਨਾਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕੀਤੀ ਜਾਵੇ, ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਵੇਖ ਲੈਣਾ, ਸੁਣ ਲੈਣਾ। ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਆਓ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਆਪਣੀ ਕੈਬਨਿਟ ਦੇ ਵਿੱਚ ਵਿਸਥਾਰ ਕੀਤਾ ਹੈ ਤੇ ਕੱਲ੍ਹ ਵਿਭਾਗਾਂ ਦੀ ਵੰਡ ਵੀ ਕਰ ਦਿੱਤੀ ਗਈ ਸੀ। ਪਰ ਕੁਝ ਵਿਧਾਇਕ ਜਿਹੜੇ ਤਕਰੀਬਨ ਦੂਸਰੀ ਵਾਰ ਜਿੱਤੇ ਹੈ, ਉਹਨਾਂ ਨੂੰ ਕਈਆਂ ਨੂੰ ਮੰਤਰੀ ਨਹੀਂ ਬਣਾਇਆ ਗਿਆ। ਹੁਣ ਉਹਨਾਂ ਦੇ ਅੰਦਰ ਨਾਰਾਜ਼ਗੀ ਜਾਂ ਗੁੱਸੇ ਦੀ ਚੰਗਿਆੜੀ ਆ ਜਿਹੜੀ ਉਹ ਸੁਲਗਣ ਲੱਗ ਪਈ ਹੈ। ਹਾਲਾਂਕਿ ਮੰਤਰੀ ਨਾ ਬਣਾਉਣ ਦੇ ਬਾਵਜੂਦ ਦੂਜੀ ਵਾਰ ਜਿੱਤਣ ਵਾਲੇ ਸਾਰੇ ਵਿਧਾਇਕਾਂ ਦੇ ਵੱਲੋਂ ਜਨਤਕ ਤੌਰ ਤੇ ਇਸ ਨੂੰ ਹਾਈ ਕਮਾਂਡ ਦਾ ਫੈਸਲਾ ਮੰਨ ਕੇ ਸਵੀਕਾਰ ਕਰਨ ਅਤੇ ਇੱਕ ਵਰਕਰ ਦੇ ਤੌਰ ਤੇ ਗੱਲ ਕਰਨ ਦੀ ਭਾਵੇਂ ਗੱਲ ਆਖੀ ਜਾ ਰਹੀ ਹੈ, ਪਰ ਦਿਲ ਵਿੱਚ ਕੀ ਹੈ ਉਹ ਲੁਕੋਇਆ ਕਈ ਵਾਰੀ ਨਹੀਂ ਰਹਿੰਦਾ। ਵਿਧਾਇਕਾਂ ਦੀ ਨਾਰਾਜ਼ਗੀ ਸਾਹਮਣੇ ਆਉਣੀ ਸ਼ੁਰੂ ਹੋ ਗਈ ਹੈ। ਇਹਨਾਂ ਵਿੱਚੋਂ ਬੀਬੀ ਸਰਬਜੀਤ ਕੌਰ ਮਾਣੂਕੇ ਸਹੁੰ ਚੁੱਕ ਸਮਾਗਮ ਤੋਂ ਦੂਰ ਰਹੇ, ਉਹਨਾਂ ਨੇ ਦੂਰੀ ਬਣਾ ਕੇ ਰੱਖੀ, ਜਦੋਂ ਕਿ ਉਸੇ ਦਿਨ ਉਹਨਾਂ ਨੇ ਹਲਕਾ ਜਗਰਾਉਂ 'ਚ ਲੋਕਾਂ ਨਾਲ ਮੁਲਾਕਾਤ ਕਰਨ ਦੀ ਫੋਟੋ ਵੀ ਸਾਂਝੀ ਕੀਤੀ। ਮਾਣੂਕੇ ਦੀ ਤਰ੍ਹਾਂ ਮੰਤਰੀ ਨਾ ਬਣਨ ਦੀ ਪ੍ਰਮੁੱਖ ਦਾਅਵੇਦਾਰ ਪ੍ਰੋਫੈਸਰ ਬਲਜਿੰਦਰ ਕੌਰ ਨੇ ਫੇਸਬੁੱਕ ਜ਼ਰੀਏ ਨਵੇਂ ਬਣੇ ਮੰਤਰੀ ਨੂੰ ਵਧਾਈ ਤਾਂ ਦੇ ਦਿੱਤੀ ਹੈ। ਦੂਸਰੇ ਪਾਸੇ ਦੂਜੀ ਵਾਰ ਜਿੱਤਣ ਵਾਲੇ ਕੁਝ ਹੋਰ ਵਿਧਾਇਕ ਨੇ, ਜਿਨ੍ਹਾਂ ਵਿੱਚ ਪ੍ਰਿੰਸੀਪਲ ਬੁੱਧ ਰਾਮ, ਉਹਨਾਂ ਦਾ ਜ਼ਿਕਰ ਸੀ ਕਿ ਸ਼ਾਇਦ ਮੰਤਰੀ ਬਣਾਏ ਜਾ ਸਕਦੇ ਆ। ਕੁਲਵੰਤ ਸਿੰਘ ਪੰਡੋਰੀ, ਮਨਜੀਤ ਸਿੰਘ ਵਿਲਾਸਪੁਰ, ਇਹਨਾਂ ਨੇ ਤਾਂ ਸੋਸ਼ਲ ਮੀਡੀਆ ਦੇ ਰਾਹੀਂ ਫੇਸਬੁੱਕ ਦੇ ਰਾਹੀਂ ਵੀ ਕਿਸੇ ਨੂੰ ਵਧਾਈ ਨਹੀਂ ਦਿੱਤੀ। ਹੁਣ ਆਪਣੇ ਆਪ ਦੇ ਵਿੱਚ ਨਾਰਾਜ਼ ਹੋਣਾ ਇਹਨਾਂ ਦਾ ਬਣਦਾ ਵੀ ਹੈ ਕਿਤੇ ਨਾ ਕਿਤੇ ਕਿ ਸੀਨੀਅਰ ਅਸੀਂ, ਸਾਡੀ ਪੁੱਛ ਪੜਤਾਲ ਲਾਜ਼ਮੀ ਹੈ। ਜਿਹੜੀ ਨਾਰਾਜ਼ਗੀ ਹੈ ਇਹਦੀ ਕੰਸੋਲ ਮੁੱਖ ਮੰਤਰੀ ਦੇ ਕੰਨੀ ਵੀ ਜਾ ਪਈ ਹੈ। ਉਹਦਾ ਕਾਰਨ ਇਹ ਕਿ ਮੁੱਖ ਮੰਤਰੀ ਦੇ ਵੱਲੋਂ ਸਹੁੰ ਚੁੱਕ ਸਮਾਗਮ ਤੋਂ ਬਾਅਦ ਇਹਨਾਂ ਵਿਧਾਇਕਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀ ਜ਼ਿੰਮੇਵਾਰੀ ਦੇਣ ਦਾ ਐਲਾਨ ਕਰ ਦਿੱਤਾ ਗਿਆ। ਉਹ ਕਿਉਂ ਕਰਨਾ ਪਿਆ? ਕਿਉਂਕਿ ਉਹਨਾਂ ਦੀਆਂ ਨਾਰਾਜ਼ਗੀਆਂ ਜੱਗ ਜ਼ਾਹਰ ਹੋਣ ਲੱਗ ਪਈਆਂ ਨੇ। ਭਾਵੇਂ ਕਿ ਇਹ ਗੱਲ ਮੰਨਣ ਵਾਲੀ ਹੈ ਕਿ ਇਹਨਾਂ ਕੋਲੇ 92 ਵਿਧਾਇਕ ਨੇ ਕੁੱਲ। ਇਹ 92 ਦੇ ਵਿੱਚੋਂ ਕੁੱਲ 18 ਮੁੱਖ ਮੰਤਰੀ ਜਾਂ ਮੰਤਰੀ ਬਣ ਸਕਦੇ ਹੈ। 18 ਤੋਂ ਵੱਡਾ ਮੰਤਰੀ ਮੰਡਲ ਨਹੀਂ ਹੋ ਸਕਦਾ। ਜਿਸ ਤਰ੍ਹਾਂ ਮੈਂ ਕੱਲ੍ਹ ਜ਼ਿਕਰ ਕਰ ਰਿਹਾ ਸੀ ਕਿ ਜੇਕਰ ਕੋਈ ਇਹ ਕਵੇ ਕਿ ਸਾਰੇ ਜ਼ਿਲ੍ਹਿਆਂ ਨੂੰ ਨੁਮਾਇੰਦਗੀ ਨਹੀਂ ਮਿਲੀ ਫਿਰ ਤਾਂ 23 ਮੰਤਰੀ ਬਣਨੇ ਚਾਹੀਦੇ ਹੈ। ਕੁੱਲ ਮੁੱਖ ਮੰਤਰੀ ਸਮੇਤ 18 ਮੰਤਰੀ ਬਣਾਏ ਜਾ ਸਕਦੇ ਆ। ਪਰ ਫਿਰ ਵੀ ਕੁਝ ਇੱਕ ਦਿੱਗਜ ਨੇ, ਕੁਝ ਇੱਕ ਸੀਨੀਅਰ ਜਿਹੜੇ ਹੋਰ ਵੱਡੇ ਆਗੂ ਸੀ ਉਹਨਾਂ ਨੂੰ ਹਰਾਉਣ ਵਾਲੇ ਨੇ। ਉਹਨਾਂ ਦੇ ਕੁਝ ਸਮਰਥਕ ਇਹ ਹਾਲੇ ਵੀ ਮਹਿਸੂਸ ਕਰ ਰਹੇ ਨੇ, ਜਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਨਾਮ ਦਾ ਚਰਚਾ ਅਕਸਰ ਕੀਤਾ ਜਾਂਦਾ ਰਿਹਾ ਤੇ ਹਾਲੇ ਵੀ ਹੋ ਰਿਹਾ ਹੈ। ਵੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਵਿੱਚ ਜਿਹੜੀਆਂ ਇਹ ਕੁਝ ਨਾਰਾਜ਼ਗੀਆਂ ਆਪ ਸਮਰਥਕਾਂ ਦੇ ਵੱਲੋਂ ਜਾਂ ਉਹਨਾਂ ਵਿਧਾਇਕਾਂ ਦੇ ਵੱਲੋਂ ਉਹ ਜਿਹੜੀਆਂ ਚੰਗਿਆੜੀਆਂ ਸੁਲਗ ਰਹੀਆਂ ਨੇ ਉਹਨਾਂ ਨੂੰ ਕਿਵੇਂ ਸ਼ਾਂਤ ਕੀਤਾ ਜਾਂਦਾ। ਪਰ ਮੁੱਖ ਮੰਤਰੀ ਨੇ ਇਸ਼ਾਰਾ ਦੇ ਦਿੱਤਾ ਹੈ ਕਿ ਉਹਨਾਂ ਨੂੰ ਐਡਜਸਟ ਕੀਤਾ ਜਾਏਗਾ। ਤੇ ਅਗਲੀ ਜਿਹੜੀ ਜਾਣਕਾਰੀ ਹੈ, ਪੰਜਾਬ ਪੁਲਿਸ ਦੇ ਮੁਖੀ VK ਭਾਵਰਾ 2 ਮਹੀਨੇ ਤੇ ਛੁੱਟੀ ਤੇ ਚਲੇ ਗਏ ਹੈ। ਉਹਨਾਂ ਦੀ ਥਾਂ ਤੇ ਗੌਰਵ ਯਾਦਵ ਨੂੰ ਪੰਜਾਬ ਪੁਲਿਸ ਦਾ ਮੁਖੀ ਕਾਰਜਕਾਰੀ ਤੌਰ ਤੇ ਲਗਾ ਦਿੱਤਾ ਗਿਆ ਹੈ। ਹੁਣ ਉਹਨਾਂ ਤੋਂ ਬਾਅਦ ਇੱਕ ਹੋਰ ਵੱਡੀ ਨਿਯੁਕਤੀ ਪੰਜਾਬ ਸਰਕਾਰ ਦਾ ਮੁੱਖ ਸਕੱਤਰ ਅਨੁਰੁੱਧ ਤਿਵਾੜੀ ਦੀ ਵੀ ਛੁੱਟੀ ਕਰ ਦਿੱਤੀ ਗਈ ਹੈ। ਕੱਲ੍ਹ ਦੇਰ ਸ਼ਾਮ ਇੱਕ ਹੁਕਮ ਜਾਰੀ ਕਰਕੇ 1999 ਬੈਚ ਦੇ IAS ਅਧਿਕਾਰੀ VK ਜੰਜੂਆ ਨੂੰ ਮੁੱਖ ਸਕੱਤਰ ਲਗਾ ਦਿੱਤਾ ਗਿਆ ਹੈ। ਤਿਵਾੜੀ ਨੂੰ ਡਾਇਰੈਕਟਰ ਜਨਰਲ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪੰਜਾਬ ਪਬਲਿਕ ਐਡਮਿਨ ਭਾਗ ਮੈਕਸੀਪਾ ਦੇ ਵਿੱਚ ਭੇਜ ਦਿੱਤਾ ਗਿਆ ਹੈ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਕਸਰ ਜਦੋਂ ਵੀ ਮੁੱਖ ਸਕੱਤਰ ਨੂੰ ਉਠਾਇਆ ਜਾਂਦਾ ਹੈ, ਉਹਨੂੰ ਲਾਂਭੇ ਕੀਤਾ ਜਾਂਦਾ ਹੈ, ਤਾਂ ਉਹਨੂੰ ਮੈਕਸੀਪਾ ਦੇ ਵਿੱਚ ਹੀ ਤਾਇਨਾਤ ਕੀਤਾ ਜਾਂਦਾ ਰਿਹਾ ਹੈ। ਦੱਸਣਾ ਬਣਦਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਅਹੁਦਿਓਂ ਲਾਂਭੇ ਕੀਤੇ ਜਾਣ ਤੋਂ ਬਾਅਦ
पंजाब के मुख्य मंत्री बने सन चरणजीत सिंह चन्नी जी के मुख्य मंत्री बनने ते अनिरुद्ध तिवाड़ी नूं पंजाब का मुख्य सकत्तर लगाया गया सी। जानकारी मिल रही है कि संगरूर लोक सभा चोण हारन तो बाद दबाਅ हेठ आई हुई है आम आदमी पार्टी की सरकार ते आउण वाले दिनों के वड्डे पद्धर ते प्रशासनिक अधिकारियों का फेरबदल करने ते विचार किया जा रहा है। एक होर वक्खरे हुक्म दे विच पंजाब सरकार ने 3 होर IAS अधिकारियों का भी तबादला किया है। KP सिन्हा नूं वधीक प्रमुख सकत्तर फूड प्रोसैसिंग तो इलावा जेलों ते चोणां दा वाधू चार्ज दे दिता गया है। इस तरह अजोय शर्मा नूं सैकटरी सेहत ते परिवार भलाई विभाग ते वित्त कमिशन का वाधू चार्ज दे दिता गया है। कुमार रोहल नूं सैकटरी रोजगार जनरेशन अते सकत्तर आम राज प्रबंध विभाग का चार्ज दे दिता गया है ते कार्यकारी बनन तो बाद तकरीबन 350 अधिकारियों के पुलिस अफसरां दे तबादले किए हैं ते आउण वाले दिनों के विच कुछ होर वड्डियां तब्दीलियां देखने को मिल सकदियां ने, क्योंकि उन्होंने अपना अहुदा संभालते सारी आख्या कि पंजाब दे विचों गैंगस्टरां दा खात्मा करना उन्हां दा मुख मनोरथ होएगा। तो हुण गल करते हैं इंसाफ मोर्चे की बेअदबी की गोलीकांड की। तुहानूं याद होना है कि कुछ दिनों तो मसला फिर ये काफ़ी भखिया होया है। बेअदबी और गोलीकांड दीयां घटनावां वाले मामले के संबंधी बहबल मोर्चे दे विच डटे हुए ने सुखराज सिंह नियामीवाला और साधू सिंह सरावां। इन्हां ने बकायदा ऐलान कर दिता है कि पंजाब सरकार का एक अल्टीमेटम है, वो निश्चित की हुई तरीक है 10 जुलाई। वो कहते जेकर अल्टीमेटम वाली 10 जुलाई तक उन्होंने इंसाफ ना मिलिया तो सिख जथेबंदियों के सहयोग के नाल 11 जुलाई को अगले संघर्ष का वो ऐलान करनगे। वो कहते उस संघर्ष की सारी जिम्मेवारी पंजाब सरकार की होगी। बेअदबी नाल जुड़े बहबल और कोटपूरा गोलीकांड के इंसाफ लई बरगाड़ी और बहबल कलां विखे मोर्चे लगे हुए सी। तुहानूं याद होना है उदों ये दुखदायक घटनावां वापरियां सन। हाई कोर्ट ने बहबल कलां गोलीकांड के संबंध में पाईयां गईयां पटीशनां का निपटारा करदिआं अपील करतावां नूं हदायत की सी कि वो इस संबंधी फरीदकोट की स्पैशल अदालत दे विच बयान दर्ज करवाउण। दसना बनता है कि पंजाब पुलिस के साबका DGP सुमेध सैनी, साबका IG परमराज उमरा नंगल, इंस्पैक्टर गुरदीप पंधेर और सुहेल सिंह बराड़ ने पंजाब और हरियाणा हाई कोर्ट के पटीशन दायर करके कोटपूरा गोलीकांड दी जांच रिपोर्टां रद्द करने की तर्ज से बहबल की जांच रिपोर्ट नूं गैर कानूनी और पक्षपाती दसदिआं इस रिपोर्ट नूं भी रद्द करने की मांग की सी ਅਤੇ ਨਾਲ बहबल कलां गोलीकांड की पड़ताल CBI ਜਾਂ किसी होर केंद्री एजेंसी ਨੂੰ सौंपण की ਮੰਗ भी की सी। हाल की घड़ी पंजाब ਅਤੇ हरियाणा हाई कोर्ट ने बहबल कांड जिहड़ा गोलीकांड वापरिया सी ਉਹਦੇ ਵਿੱਚ ਇਹਨਾਂ ਨੂੰ ਕਿਸੇ भी तरह की कोई राहत नहीं सी ਦਿੱਤੀ। ਆਪਾਂ ਕੱਲ भी ये खबर ਤੁਹਾਡੇ ਨਾਲ ਸਾਂਝੀ ਕੀਤੀ ਸੀ। ਦੱਸਣਾ ਬਣਦਾ ਹੈ कि पंजाब सरकार ਦੀਆਂ ਹਦਾਇਤਾਂ ਦੇ ਮੁਤਾਬਕ IG ਨੌ ਨਿਹਾਲ ਸਿੰਘ ਦੀ ਅਗਵਾਈ ਵਾਲੀ ਸਿੱਟ ਨੂੰ बहबल कलां गोलीकांड की जांच का जिम्मा सौंपिਆ ਹੋਇਆ है, जबकि कोटकपूरा गोलीकांड की जांच लई ADGP LK यादव की अगवाई के सिट का गठन किया होया है। LK यादव की अगवाई वाली सिट ने हाले तक कोटकपूरा गोलीकांड के कोई भाव एक भी चलान पेश नहीं किया। उधर हाई कोर्ट ने फरीदकोट की स्पैशल कोर्ट नूं इन्हां मामलों की कार्रवाई शुरू करने की डायरैक्शन दे दी है। उत्थे ही IG नौ निहाल ਅਤੇ ADGP LK यादव ਨੂੰ भी हदायत की है कि इन्हां मामलों ਦੀਆਂ जांच रिपोर्टां तुरंत विशेष अदालत में पेश करन। भावें कि बहबल कलां गोलीकांड के मामले दे विच 9 सप्लीमेंटरी चलान पेश चुके ने ਅਤੇ मन्निया जा रहा है कि बाकी का रहिंदा एक होर चलान सिर्फ इंस्पैक्टर गुरदीप सिंह पंधेर वाला ही है। आगामी 13 जुलाई को फरीदकोट के विशेष अदालत के जिहड़ी होने वाली सुनवाई है उदों पेश किया जा सकता है। तो यह सुनवाई काफ़ी अहम हो सकती है क्योंकि उहदे नाल काफ़ी कुछ स्पष्ट हो सकता है। बहबल कलां गोलीकांड की पड़ताल रिपोर्ट को चुनौती देने वालियां 4 पटीशनां दा निपटारा करदिआं हाई कोर्ट ने इन्हां पटीशनकर्तावां नूं अपील करतावां नूं हुक्म दिते सन कि जेकर वो अपनी बेगुनाही बारे कोई गलबात करनी चाहुंदे है तो वह फरीदकोट अदालत दे विच चल रहे मुकदमे दे विच दोष ऐद होण दे वक्त होण वाली जिहड़ी बहस होगी उत्थे अपनी सारी जानकारी अपनियां दलीलां देण। इत्थे ये भी दसना लाजमी है कि पंजाब सरकार दे वल्लों भेजी वकीलों की टीम ने 10 जुलाई तक दोषियों को सजावां ਅਤੇ पीड़ितां नूं इंसाफ देने लई बहबल मोर्चे विच ਵੱਖ-ਵੱਖ सिख संस्थावां धारक जथेबंदियां उन्हां दी हाज़री दे विच 3 महीनों की मोहलत मंगी हुई सी
ਤੇ ਬਾਈਬਲ ਮੋਰਚੇ ਵਿੱਚ ਡਟੇ ਸੁਖਰਾਜ ਸਿੰਘ ਨਿਆਮੀਵਾਲਾ ਤੇ ਸਾਧੂ ਸਿੰਘ ਸਰਾਵਾ ਨੇ ਬਕਾਇਦਾ ਐਲਾਨ ਕਰ ਦਿੱਤਾ ਹੈ ਕਿ ਜੇਕਰ ਅਲਟੀਮੇਟਮ ਵਾਲੀ ਨਿਸ਼ਚਿਤ ਤਰੀਕ ਭਾਵ ਉਹ 10 ਜੁਲਾਈ ਹੈ, 10 ਜੁਲਾਈ ਨੂੰ ਉਹ ਅਲਟੀਮੇਟਮ ਪੂਰਾ ਹੋ ਜਾਣਾ ਹੈ। ਜੇਕਰ 10 ਜੁਲਾਈ ਨੂੰ ਇਨਸਾਫ ਨਾ ਮਿਲਿਆ ਤਾਂ 11 ਜੁਲਾਈ ਨੂੰ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਕਰ ਦਿੱਤਾ ਜਾਊ ਤੇ ਸਾਰੀ ਦੀ ਸਾਰੀ ਜ਼ਿੰਮੇਵਾਰੀ ਸੂਬਾ ਸਰਕਾਰ ਭਾਵ ਭਗਵੰਤ ਮਾਨ ਸਰਕਾਰ ਦੀ ਹੋਏਗੀ। ਹੁਣ ਕੀ ਸੱਚਮੁੱਚ 10 ਜੁਲਾਈ ਤੱਕ ਇਨਸਾਫ ਮਿਲ ਜੂ, ਕਿਉਂਕਿ ਮੋਹਲਤ 3 ਮਹੀਨਿਆਂ ਦੀ ਮੰਗੀ ਸੀ। ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਹਿਦ ਲੈਂਦਿਆਂ ਕਿਹਾ ਕਿ ਉਦੋਂ ਤੱਕ ਸ਼ਾਂਤ ਤਾਂ ਨਹੀਂ ਬੈਠ ਸਕਦੇ ਜਦੋਂ ਤੱਕ ਬੇਅਦਬੀ ਦੇ ਦੋਸ਼ੀਆਂ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਉਹ ਪਹੁੰਚਾ ਨਹੀਂ ਦਿੰਦੇ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਦੀ ਪਾਵਨ ਧਰਤੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਾਡੇ ਸਾਰਿਆਂ ਦੇ ਮੱਥੇ ਉੱਤੇ ਕਲੰਕ ਹੈ। ਇਸ ਘਿਨਾਉਣੀ ਘਟਨਾ ਦਾ ਵਾਪਰ ਜਾਣਾ ਸੋਚ ਤੋਂ ਵੀ ਉਹ ਕਹਿੰਦੇ ਪਰੇ ਹੈ ਅਤੇ ਨਾ ਮੁਆਫੀਯੋਗ ਪਾਪ ਹੈ, ਜਿਸ ਤੇ ਦੋਸ਼ੀਆਂ ਨੂੰ ਕਦੇ ਵੀ ਬਖਸ਼ਿਆ ਨਹੀਂ ਜਾ ਸਕਦਾ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਬਹੁਤ ਦੁੱਖ ਦੀ ਗੱਲ ਹੈ ਕਿ ਇੰਨੇ ਵਰ੍ਹੇ ਬੀਤ ਜਾਣ ਤੋਂ ਬਾਅਦ ਵੀ ਇਸ ਘਿਨਾਉਣੇ ਜ਼ੁਲਮ ਦੇ ਦੋਸ਼ੀ ਸ਼ਰੇਆਮ ਦਣਦਣਾਉਂਦੇ ਫਿਰ ਰਹੇ ਨੇ। ਉਹਨਾਂ ਕਿਹਾ ਕਿ ਅਜਿਹਾ ਸਿਰਫ ਇਸ ਲਈ ਹੋਇਆ ਕਿਉਂ ਜੋ ਦੋਸ਼ੀਆਂ ਨੂੰ ਬਚਾਉਣ ਲਈ ਅਕਾਲੀਆਂ ਤੇ ਕਾਂਗਰਸੀਆਂ ਦੀਆਂ ਸਰਕਾਰਾਂ ਆਪਸੀ ਮਿਲੀ ਭੁਗਤ ਨਾਲ ਚੱਲਦੀਆਂ ਰਹੀਆਂ। ਹਾਲਾਂਕਿ ਉਹਨਾਂ ਨੇ ਇਹ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਦੋਸ਼ੀ ਜੇਲ੍ਹ ਦੇ ਵਿੱਚ ਹੋਣਗੇ, ਸਲਾਖਾਂ ਦੇ ਪਿੱਛੇ ਹੋਣਗੇ, ਜਿਸ ਲਈ ਉਹਨਾਂ ਦੀ ਸਰਕਾਰ ਕਸਰ ਕੋਈ ਨਹੀਂ ਛੱਡੂਗੀ। ਉਹਨਾਂ ਨੇ ਕਿਹਾ ਕਿ ਹੁਣ ਸਮੇਂ-ਸਮੇਂ ਪਹਿਲਾਂ ਸਰਕਾਰਾਂ ਦੀ ਸ਼ਹਿ ਦੇ ਨਾਲ ਇਹ ਦੋਸ਼ੀ ਬਚਦੇ ਰਹੇ ਜਾਂ ਬਚਾਏ ਜਾਂਦੇ ਰਹੇ, ਪਰ ਉਹਨਾਂ ਦੀ ਸਰਕਾਰ ਬਣਨ ਤੋਂ ਬਾਅਦ ਇਹ ਵਰਤਾਰਾ ਬੰਦ ਹੋ ਗਿਆ ਕਿਉਂਕਿ ਉਹ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਦ੍ਰਿੜ ਨੇ, ਵਚਨਬੱਧ ਨੇ। ਉਹਨਾਂ ਨੇ ਇਹ ਵੀ ਕਿਹਾ ਕਿ ਕਾਬਲ ਤੋਂ ਕਾਬਲ ਜਾਂਚ ਅਧਿਕਾਰੀ ਅਗਲੇਰੀ ਉਹ ਜਿਹੜੀ ਕੇਸ ਹੈ ਇਸ ਦੀ ਪੈਰਵੀ ਕਰਨਗੇ, ਚੰਗੇ ਤੋਂ ਚੰਗੇ ਵਕੀਲ ਅਦਾਲਤ ਦੇ ਵਿੱਚ ਕੇਸ ਲੜਨਗੇ ਤਾਂ ਜੋ ਦੋਸ਼ੀਆਂ ਨੂੰ ਕੋਈ ਬਚਾ ਨਾ ਸਕੇ, ਉਹਨਾਂ ਨੂੰ ਯੋਗ ਸਜ਼ਾਵਾਂ ਹੋਣ। ਤੇ ਫਿਰ ਉਹਨਾਂ ਨੇ ਗੱਲ ਗੈਂਗਸਟਰਾਂ ਦੀ ਵੀ ਕੀਤੀ। ਉਹ ਕਹਿੰਦੇ ਜਿਹੜਾ ਇਹ ਹੈ ਨਾ ਗੈਂਗਸਟਰ ਕਲਚਰ ਹੈ, ਇਹਨੂੰ ਵੀ ਇੱਕ ਕੌਮੀ ਸਮੱਸਿਆ ਉਹਨਾਂ ਨੇ ਗਰਦਾਨਿਆ ਹੈ। ਉਹਨਾਂ ਨੇ ਕਿਹਾ ਕਿ ਇਸ ਖਾਤਰੇ ਨੂੰ ਰੋਕਣ ਲਈ ਸਾਰੇ ਸੂਬਿਆਂ ਨੂੰ ਆਪਸ ਦੇ ਵਿੱਚ ਹੱਥ ਮਿਲਾਉਣਾ ਪਵੇਗਾ ਕਿ ਸਾਂਝੇ ਯਤਨਾਂ ਦੇ ਸਦਕਾ ਉਹ ਕਹਿੰਦੇ ਇਸ ਸਮੱਸਿਆ ਨੂੰ ਅਸੀਂ ਕਾਰਗਰ ਢੰਗ ਨਾਲ ਖਤਮ ਕਰਨ ਦੇ ਵਿੱਚ ਮਦਦਗਾਰ ਸਾਬਤ ਹੋ ਸਕਦੇ ਹਾਂ। ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਦੀ ਸਰਕਾਰ ਇਸ ਖਤਰੇ ਨਾਲ ਨਿਪਟਣ ਲਈ ਪਹਿਲਾਂ ਹੀ ਠੋਸ ਰਣਨੀਤੀ ਤਿਆਰ ਕਰ ਰਹੀ ਹੈ ਤੇ ਨਾਲ ਉਹਨਾਂ ਨੇ ਕਿਹਾ ਕਿ ਸੰਗਠਿਤ ਗਰੋਹ ਦੇ ਖਾਤਮੇ ਲਈ ਸਿਹਰਾ ਆਪਣੇ ਸਿਰ ਲੈਣ ਵਾਲੀ ਕੋਈ ਗੱਲ ਨਹੀਂ ਹੋਣੀ ਚਾਹੀਦੀ ਕਿਉਂਕਿ ਹਰੇਕ ਸੂਬਾ ਇਸ ਪ੍ਰਤੀ ਸੰਵੇਦਨਸ਼ੀਲ ਹੈ। ਉਹਨਾਂ ਨੇ ਪੰਜਾਬ 'ਚ ਗੈਂਗਸਟਰ ਕਲਚਰ ਨੂੰ ਉਤਸ਼ਾਹਿਤ ਕਰਨ ਲਈ ਕਾਂਗਰਸ ਅਤੇ ਅਕਾਲੀਆਂ ਦੀ ਵੀ ਸਖਤ ਨਿੰਦਿਆ ਕੀਤੀ, ਆਲੋਚਨਾ ਕੀਤੀ। ਉਹਨਾਂ ਨੇ ਕਿਹਾ ਕਿ ਇਹਨਾਂ ਦੋਵਾਂ ਪਾਰਟੀਆਂ ਨੇ ਆਪੋ ਆਪਣੇ ਸਵਾਰਥਾਂ ਦੀ ਖਾਤਰ ਗੈਂਗਸਟਰਾਂ ਦੀ ਪੁਸ਼ਤ ਪਨਾਹੀ ਕੀਤੀ। ਆਪਣੇ ਸਿਆਸੀ ਜੀਵਨ ਦੀ ਗੱਲ ਕਰਦਿਆਂ ਉਹਨਾਂ ਨੇ ਕਿਹਾ ਕਿ ਮੈਨੂੰ ਮੇਰੀ ਤਕਦੀਰ ਸਿਆਸਤ ਵਿੱਚ ਲੈ ਕੇ ਆਈ ਹੈ, ਪਰ ਮੈਂ ਗਰੀਬ ਤੋਂ ਗਰੀਬ ਲੋਕਾਂ ਦੀ ਸੇਵਾ ਨੂੰ ਪੂਰਨ ਤੌਰ ਉੱਤੇ ਸਮਰਪਿਤ ਹਾਂ। ਉਹ ਕਹਿੰਦੇ ਉਹ ਪੂਰੇ ਸੂਬੇ ਦੇ ਮੁੱਖ ਮੰਤਰੀ ਨੇ, ਉਹਨਾਂ ਦਾ ਇੱਕੋ ਇੱਕ ਨਿਸ਼ਾਨਾ ਪੰਜਾਬ ਨੂੰ ਮੁਲਕ ਦਾ ਮੋਹਰੀ ਸੂਬਾ ਬਣਾਉਣਾ ਹੈ। ਉਹਨਾਂ ਕਿਹਾ ਕਿ ਪੰਜਾਬ ਦੀ ਤਰੱਕੀ ਅਤੇ ਪੰਜਾਬੀਆਂ ਦੀ ਖੁਸ਼ਹਾਲੀ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹੈ। ਉਹਨਾਂ ਨੇ ਇਹ ਵੀ ਆਖਿਆ ਕਿ ਉਹ ਮੰਤਰੀ ਭਾਵੇਂ ਨਵੇਂ ਹੋਣ, ਉਹਨਾਂ ਦੇ ਜਿਹੜੇ ਕੈਬਨਿਟ ਦੇ ਵਿੱਚ ਨੇ, ਉਹਨਾਂ ਦਾ ਤਜਰਬਾ ਭਾਵੇਂ ਕੋਈ ਨਾ ਹੋਵੇ, ਪਰ ਦੂਰ ਅੰਦੇਸ਼ੀ ਅਤੇ ਸਮਰਪਣ ਦੀ ਭਾਵਨਾ ਉਹਨਾਂ ਦੀ ਬੇਮਿਸਾਲ ਹੈ। ਉਹਨਾਂ ਨੇ ਇਹ ਵੀ ਵਚਨਬੱਧਤਾ ਪ੍ਰਗਟਾਈ ਕਿ ਉਹਨਾਂ ਨੂੰ ਦੂਸਰੇ ਸਿਆਸਤਾਂ ਨਾਲੋਂ ਵੱਖਰਾ ਬਣਾਉਂਦੀ ਹੈ ਇਹ ਸਾਰੀ ਚੀਜ਼। ਕਹਿੰਦੇ ਉਹਨਾਂ ਨੇ ਸੱਤਾ ਦੀ ਵਰਤੋਂ ਸਿਰਫ ਸੂਬੇ ਦੇ ਖਜ਼ਾਨੇ ਦੀ ਲੁੱਟ ਕਰਨ ਲਈ ਕੀਤੀ ਹੈ। ਕਹਿੰਦੇ ਜਿਹੜੇ ਲੋਕ ਹੁਣ ਤਜਰਬੇਕਾਰ ਸਿਆਸਤਦਾਨ ਹੋਣ ਦਾ ਦਾਅਵਾ ਕਰਦੇ ਹੈ, ਉਹ ਇਸ ਖੇਤਰ ਵਿੱਚ ਆਉਂਦੇ ਕਰਕੇ ਕੀ ਗਏ ਨੇ ਜਦੋਂ ਆਏ। ਕਹਿੰਦੇ ਬਦਕਿਸਮਤੀ ਦੀ ਗੱਲ ਇਹ ਹੈ ਕਿ ਪੰਜਾਬ 'ਤੇ ਸਿਰਫ ਵੱਡਾ ਕਰਜ਼ਾ, ਪੰਜਾਬ ਕਰਜ਼ੇ ਦੇ ਹੇਠ ਦੱਬਿਆ ਪਿਆ ਉਹਨਾਂ ਕਰਕੇ। ਉਹਨਾਂ ਸਿਆਸੀ ਆਗੂਆਂ ਨੂੰ ਆਪਣੀ ਚਿੰਤਾ ਰਹੀ, ਆਪਣੀਆਂ ਤਨਖਾਹਾਂ ਦੀ ਚਿੰਤਾ ਰਹੀ, ਆਪਣੇ ਪਰਿਵਾਰਾਂ ਦੀ ਚਿੰਤਾ ਰਹੀ। ਉਹਨਾਂ ਕਿਹਾ ਕਿ ਸਿਆਸਤਦਾਨ ਆਪਣੀਆਂ ਤਨਖਾਹਾਂ ਦੀ ਚਿੰਤਾ ਨਹੀਂ ਕਰਦੇ। ਉਹ ਕਹਿੰਦੇ ਹੁਣ ਭ੍ਰਿਸ਼ਟਾਚਾਰ ਵੀ ਅਸੀਂ ਬੰਦ ਕਰ ਦਿੱਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਨੇ ਭ੍ਰਿਸ਼ਟਾਚਾਰ ਨੂੰ ਨੱਥ ਪਾਈ ਹੈ, ਇਸ ਲਈ ਜ਼ਿਆਦਾਤਰ ਸਿਆਸਤਦਾਨਾਂ ਅਤੇ ਅਫਸਰਾਂ ਨੂੰ ਉਹਨਾਂ ਦੀਆਂ ਅਸਲ ਤਨਖਾਹਾਂ ਬਾਰੇ ਪਤਾ ਹੀ ਹੋਣ ਲੱਗਿਆ ਕਿ ਉਹਨਾਂ ਨੂੰ ਬਹੁਤ ਘੱਟ ਤਨਖਾਹ ਲੱਗਦੀ ਆ ਹੁਣ, ਕਿਉਂਕਿ ਪਹਿਲਾਂ ਉੱਪਰੋਂ ਮਾਲ ਆਈ ਜਾਂਦਾ ਸੀ। ਉਹਨਾਂ ਨੇ ਕਿਹਾ ਕਿ ਜਿਸ ਵੀ ਵਿਅਕਤੀ ਨੇ ਇੱਕ ਵੀ ਪੈਸਾ ਲੁੱਟਿਆ ਖਜ਼ਾਨੇ 'ਚੋਂ, ਪੰਜਾਬ ਦਾ ਤੁਹਾਡਾ ਜਿਨ੍ਹਾਂ ਦਾ ਪੈਸਾ ਉਹਨਾਂ ਨੇ ਖਾਧਾ ਹੈ, ਉਹ ਲੋਕਾਂ ਪ੍ਰਤੀ ਜਵਾਬਦੇਹ ਬਣਾਏ ਜਾਣਗੇ। ਅਜਿਹੇ ਸਾਰੇ ਲੁਟੇਰਿਆਂ ਦਾ ਪਰਦਾਫਾਸ਼ ਕੀਤਾ ਜਾਊਗਾ, ਉਹਨਾਂ ਵਿਰੁੱਧ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਉਹਨਾਂ ਇਹ ਵੀ ਕਿਹਾ ਕਿ ਉਹਨਾਂ ਦੀ ਦ੍ਰਿੜ ਵਚਨਬੱਧਤਾ ਹੈ ਕਿ ਦੋਸ਼ੀ ਭਾਵੇਂ ਕਿੰਨਾ ਵੀ ਅਮੀਰ ਕਿਉਂ ਨਾ ਹੋਵੇ, ਕਿੰਨਾ ਵੀ ਵੱਡਾ ਆਪਣੇ ਆਪ ਨੂੰ ਕਿਉਂ ਨਾ ਸਮਝਦਾ ਹੋਵੇ,
ਉਹਨੂੰ ਕਾਨੂੰਨ ਦੇ ਕਟਹਿਰੇ 'ਚ ਖੜਾ ਕੀਤਾ ਜਾਊਗਾ। ਪੰਜਾਬ 'ਚ ਕਹਿੰਦੇ ਇਸ ਵਕਤ ਕੋਈ ਵਿਰੋਧੀ ਧਿਰ ਨਹੀਂ, ਕਿਉਂਕਿ ਅਸਲ ਦੇ ਵਿੱਚ ਲੋਕਾਂ ਨੇ ਉਹਨਾਂ ਦੀਆਂ ਕੀਤੀਆਂ ਦਾ ਉਹਨਾਂ ਨੂੰ ਖਿਆਮਿਆਜ਼ਾ ਭੁਗਤਣ ਵਾਸਤੇ ਮਜਬੂਰ ਕਰ ਦਿੱਤਾ ਹੈ। ਸਾਰਿਆਂ ਨੂੰ ਕਹਿੰਦੇ ਲਾਂਭੇ ਕਰ ਦਿੱਤਾ ਹੈ। ਹੁਣ ਦੇਖੋ ਕਿ ਇੱਕ ਪਾਸੇ ਚੇਤਾਵਨੀ ਹੈ ਤੇ ਦੂਸਰੇ ਪਾਸੇ ਉਹ ਆਪਣੀ ਵਚਨਬੱਧਤਾ ਪ੍ਰਗਟਾ ਰਹੇ ਨੇ ਕਿ ਕੀ ਸੱਚਮੁੱਚ 10 ਜੁਲਾਈ ਤੱਕ ਇਨਸਾਫ ਮੋਰਚੇ ਦੇ ਆਗੂਆਂ ਨੂੰ ਉਹ ਭਰੋਸੇ ਵਿੱਚ ਲੈ ਸਕਣਗੇ ਜਾਂ ਫਿਰ ਮਸਲਾ ਥੋੜ੍ਹਾ ਬਹੁਤਾ ਉਲਝਣ ਵਾਲਾ ਹੈ। ਇਹ ਆਉਣ ਵਾਲਾ ਸਮਾਂ ਦੱਸੇਗਾ। ਤੇ ਹੁਣ ਗੱਲ ਕਰਦੇ ਹਾਂ ਸਿੱਧੂ ਮੂਸੇਵਾਲਾ ਕਤਲकांड ਦੀ। ਕਤਲकांड ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਅੰਕਿਤ ਸੇਰਸਾ। ਉਹਦੇ ਕੋਲੋਂ ਕੁਝ ਅਹਿਮ ਜਾਣਕਾਰੀਆਂ ਪੁਲਿਸ ਦੇ ਹੱਥ ਲੱਗੀਆਂ ਨੇ। ਅੰਕਿਤ ਸੇਰਸਾ ਦੇ ਫੋਨ ਦੇ ਵਿੱਚੋਂ ਕੁਝ ਵੀਡੀਓ ਅਤੇ ਕੁਝ ਫੋਟੋਆਂ ਵੀ ਬਰਾਮਦ ਹੋਈਆਂ ਨੇ। ਇੱਕ ਵੀਡੀਓ ਜਿਹੜੀ ਕੱਲ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਉਹ ਜਸ਼ਨ ਮਨਾ ਰਹੇ ਨੇ, ਹੱਥਾਂ ਵਿੱਚ ਹਥਿਆਰ ਨੇ ਔਰ ਅਣਗਿਣਤ ਹਥਿਆਰ ਨੇ ਉਹਨਾਂ ਕੋਲੇ। 5 ਬੰਦੇ ਤਕਰੀਬਨ 15 ਹਥਿਆਰ ਨਜ਼ਰ ਆ ਰਹੇ ਸੀ। ਹੁਣ ਪਤਾ ਲੱਗਿਆ ਕਿ ਮੂਸੇਵਾਲੇ ਦਾ ਕਤਲ ਉਹਨਾਂ ਹਥਿਆਰਾਂ ਦੇ ਨਾਲ ਕੀਤਾ ਗਿਆ ਔਰ ਉਚੇਚੇ ਤੌਰ ਤੇ ਉਹਨਾਂ ਹਥਿਆਰਾਂ ਦੀ ਵਰਤੋਂ ਕੀਤੀ ਗਈ ਜਿਹੜੇ ਹਥਿਆਰਾਂ ਦਾ ਜ਼ਿਕਰ ਉਹ ਆਪਣੇ ਗੀਤਾਂ ਵਿੱਚ ਅਕਸਰ ਕਰਿਆ ਕਰਦਾ ਸੀ। ਮੂਸੇਵਾਲੇ ਨੂੰ ਕਤਲ ਕਰਨ ਵਾਸਤੇ ਉਹਨਾਂ ਹੀ ਹਥਿਆਰਾਂ ਦਾ ਪ੍ਰਬੰਧ ਕੀਤਾ ਗਿਆ। ਉਹਨਾਂ ਵਿੱਚ ਆਸਟਰੀਆ ਦਾ ਗਲੌਕ 30, ਜਗਾਨਾ ਪਿਸਟਲ, ਜਰਮਨ ਮੇਡ ਹੈਕਲਰ ਐਂਡ ਕੋਚ, ਸਟਾਰ ਅਤੇ AK-47 ਇਹਨਾਂ ਹਥਿਆਰਾਂ ਵਿੱਚ ਦੱਸੀਆਂ ਜਾ ਰਹੀਆਂ ਨੇ। ਹੁਣ ਤੁਸੀਂ ਦੇਖੋ ਕਿ ਕਤਲ ਕਰਨ ਵਾਲੇ ਹੁਣ ਤੱਕ 3 ਸ਼ਾਰਪ ਸ਼ੂਟਰ ਪ੍ਰਿਆਵਰਤ ਫੌਜੀ ਕਸ਼ਿਸ਼ ਅਤੇ ਅੰਕਿਤ ਸੇਰਸਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ, ਜਦੋਂ ਕਿ ਦੀਪਕ ਮੁੰਡੀ, ਮਨੂ ਕੁੱਸਾ ਅਤੇ ਜਗਰੂਪ ਰੂਪਾ ਹਾਲੇ ਵੀ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ, ਪੁਲਿਸ ਦੇ ਹੱਥ ਆ ਨਹੀਂ ਸਕੇ। ਇਹਦੇ ਨਾਲ ਇਹ ਵੀ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਮੂਸੇਵਾਲਾ ਨੂੰ ਕਤਲ ਕਰਨ ਲਈ ਕਾਤਲਾਂ ਨੇ ਉਸ ਦੇ ਕਰੀਬ ਜਾਣ ਦਾ ਮੌਕਾ ਲੱਭਿਆ, ਪਰ ਮੌਕਾ ਬਣ ਨਾ ਪਾਇਆ, ਮੌਕਾ ਮਿਲ ਨਾ ਸਕਿਆ। ਇਸ ਕਰਕੇ ਉਹਨਾਂ ਨੇ ਪੁਲਿਸ ਦੀ ਵਰਦੀ ਤਿਆਰ ਕਰਵਾਈ ਹੋਈ ਸੀ ਤਾਂ ਕਿ ਮੂਸੇਵਾਲੇ ਦੇ ਘਰ ਜਾ ਕੇ ਉਹਨੂੰ ਉਹਦੇ ਘਰ ਦੇ ਅੰਦਰ ਜਾ ਕੇ ਕਤਲ ਕਰ ਸਕਣ। ਇਹ ਵੀ ਜਾਣਕਾਰੀ ਮਿਲੀ ਹੈ ਕਿ ਅਸਲ ਦੇ ਵਿੱਚ ਇਹ ਕਾਤਲ, ਇਹ ਸ਼ਾਰਪ ਸ਼ੂਟਰ 2 ਲੜਕੀਆਂ ਦੀ ਤਲਾਸ਼ ਵਿੱਚ ਸੀ। ਹੁਣ ਲੜਕੀਆਂ ਤੋਂ ਕੀ ਕਰਵਾਉਣਾ ਸੀ? ਉਹ ਕਹਿੰਦੇ ਉਹਨਾਂ ਵਿੱਚੋਂ ਅਸੀਂ ਇੱਕ ਨੂੰ ਪ੍ਰੈਸ ਰਿਪੋਰਟਰ ਬਣਾਉਣਾ ਸੀ ਅਤੇ ਦੂਸਰੀ ਨੂੰ ਲੇਡੀ ਕਾਂਸਟੇਬਲ ਬਣਾ ਕੇ ਸਿੱਧੂ ਮੂਸੇਵਾਲੇ ਦੇ ਘਰ ਦੇ ਅੰਦਰ ਭੇਜਣਾ ਸੀ। ਅਤੇ ਇੱਕ ਰੇਡ ਦੇ ਬਹਾਨੇ ਮੂਸੇਵਾਲੇ ਦੇ ਘਰ ਵਿੱਚੋਂ ਜਦੋਂ ਜਾਂਦੀਆਂ ਤਾਂ ਸ਼ਾਰਪ ਸ਼ੂਟਰ ਵੀ ਪੁਲਿਸ ਦੀ ਵਰਦੀ ਪਾ ਕੇ ਨਾਲ ਉਹਨਾਂ ਦੇ ਮੂਸੇਵਾਲੇ ਦੇ ਘਰ ਵਿੱਚ ਜਾਂਦੇ ਅਤੇ ਘਰ ਵਿੱਚ ਜਾ ਕੇ ਉਹਨਾਂ ਦਾ ਕਤਲ ਕਰਦੇ। ਪਰ ਉਹ ਕਹਿੰਦੇ ਸਾਡੀ ਬਦਕਿਸਮਤੀ ਇਹ ਤੇ ਮੂਸੇਵਾਲੇ ਦੀ ਕਿਸਮਤ ਚੰਗੀ ਇਹ ਕਿ ਸਾਨੂੰ ਉਹ 2 ਲੜਕੀਆਂ ਮਿਲ ਨਾ ਸਕੀਆਂ, ਜਿਸ ਕਰਕੇ ਉਹ ਕਹਿੰਦੇ ਸਾਡੀ ਇਹ ਧਰੀ ਧਰਾਈ ਯੋਜਨਾ ਰਹਿ ਗਈ। ਇਸ ਯੋਜਨਾ ਨੂੰ ਅਸੀਂ ਸਿਰੇ ਚੜਾ ਨਾ ਸਕੇ। ਅੰਕਿਤ ਦੇ ਬਾਰੇ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਅੰਕਿਤ ਦੀ ਉਮਰ ਤਕਰੀਬਨ 19 ਵਰ੍ਹੇ ਹੈ ਅਤੇ ਹਰਿਆਣਾ ਸੂਬੇ ਦੇ ਨਾਲ ਉਹ ਸੰਬੰਧਿਤ ਹੈ। ਅਪਰਾਧ ਦੀ ਦੁਨੀਆ ਦੇ ਵਿੱਚ ਉਹਨੇ ਸਨਸਨੀ ਫੈਲਾਈ ਹੈ ਤੇ ਤਕਰੀਬਨ 6 ਮਹੀਨੇ ਪਹਿਲਾਂ ਉਹ ਗੈਂਗ ਦੇ ਦੁਨੀਆ ਵਿੱਚ ਉਸਨੇ ਪੱਬ ਰੱਖਿਆ ਸੀ। ਸਭ ਤੋਂ ਪਹਿਲਾਂ ਉਸਨੇ ਮੋਬਾਈਲ ਚੋਰੀ ਕੀਤੇ, ਫਿਰ ਰਾਜਸਥਾਨ ਦੇ ਵਿੱਚ 2 ਕਤਲ ਕਰਨ ਦੀ ਯੋਜਨਾ ਬਣਾਈ, ਉਹਦੇ 2 ਕੇਸ ਚੱਲ ਰਹੇ ਨੇ, ਤੇ ਬਾਅਦ ਦੇ ਵਿੱਚ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਤੇ ਉਹਦਾ ਇਹ ਆਪਣੀ ਜ਼ਿੰਦਗੀ ਦੇ ਵਿੱਚ ਕ੍ਰਾਈਮ ਦੀ ਦੁਨੀਆ ਦੇ ਵਿੱਚ ਪਹਿਲਾ ਕਤਲ ਹੈ। ਸਿੱਧੂ ਮੂਸੇਵਾਲੇ ਨੂੰ ਉਹਨੇ 20 ਗੋਲੀਆਂ ਸਭ ਤੋਂ ਨੇੜੇ ਜਾ ਕੇ ਮਾਰੀਆਂ ਨੇ। ਇਸ ਮਸਲੇ ਦੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ। ਸੋਨੀਪਤ ਦਿੱਲੀ ਸਰਹੱਦ ਕੁੰਡਲੀ ਇੰਡਸਟਰੀਅਲ ਏਰੀਏ ਦੇ ਛੋਟੇ ਜਿਹੇ ਪਿੰਡ ਸੇਰਸਾ ਦਾ ਉਹ ਰਹਿਣ ਵਾਲਾ ਹੈ। ਅੰਕਿਤ ਸੇਰਸਾ ਸਿੱਧੂ ਮੂਸੇਵਾਲੇ ਦੇ ਕਹਿੰਦੇ ਸਭ ਤੋਂ ਨੇੜੇ ਗਿਆ, ਦੋਵੇਂ ਹੱਥਾਂ ਵਿੱਚ ਹਥਿਆਰ ਤੇ ਨੇੜਿਓਂ ਜਾ ਕੇ ਮੂਸੇਵਾਲੇ ਨੂੰ ਉਹਨੇ ਗੋਲੀਆਂ ਮਾਰੀਆਂ। ਅਪ੍ਰੈਲ ਦੇ ਮਹੀਨੇ ਕਹਿੰਦੇ 6ਵੇਂ ਨਰਾਤਰੇ ਵਾਲੇ ਦਿਨ ਉਹਨਾਂ ਦੇ ਘਰ ਤੇ ਦੱਸ ਰਹੇ ਹੈ ਕਿ ਆਪਣੇ ਘਰੋਂ ਕੱਪੜੇ ਲੈ ਕੇ ਨਿਕਲਿਆ ਤੇ ਜਾਣ ਵੇਲੇ ਕਿਹਾ ਸੀ ਉਹਨੇ ਕਿ ਮੈਨੂੰ ਤੁਸੀਂ ਬੇਦਖਲ ਕਰ ਦਿਓ, ਨਹੀਂ ਤਾਂ ਤੁਹਾਨੂੰ ਪਰੇਸ਼ਾਨੀਆਂ ਵੀ ਹੋਣਗੀਆਂ ਤੇ ਪਛਤਾਉਣਾ ਵੀ ਪਊਗਾ। ਉਹ ਕਹਿੰਦੇ ਇਹਦੇ ਤੋਂ ਪਹਿਲਾਂ ਅਸੀਂ ਕੁਝ ਕਰ ਪਾਉਂਦੇ, ਉਹਦੇ ਤੋਂ ਪਹਿਲਾਂ ਉਹਨੇ ਸਿੱਧੂ ਮੂਸੇਵਾਲੇ ਦਾ ਕਤਲ ਕਰਕੇ ਤਹਿਲਕਾ ਮਚਾ ਦਿੱਤਾ ਤੇ ਪੁਲਿਸ ਉਹਨਾਂ ਦੇ ਘਰ ਚੱਕਰ ਲਾਉਣ ਲੱਗ ਪਈ। ਅੰਕਿਤ ਦੇ ਮਾਤਾ ਪਿਤਾ ਇੱਕ ਫੈਕਟਰੀ ਵਿੱਚ ਮਜ਼ਦੂਰੀ ਕਰਦੇ ਆ। ਅੰਕਿਤ ਦੇ 4 ਭੈਣਾਂ ਤੇ ਇੱਕ ਵੱਡਾ ਭਰਾ ਵੀ ਹੈ। ਅੰਕਿਤ ਸਾਰਿਆਂ ਤੋਂ ਛੋਟਾ ਦੱਸਿਆ ਜਾ ਰਿਹਾ ਹੈ ਅਤੇ 3 ਭੈਣਾਂ ਦਾ ਵਿਆਹ ਹੋ ਚੁੱਕਾ, ਜਦਕਿ ਇੱਕ ਦੇ ਵਿਆਹ ਨੂੰ ਲੈ ਕੇ ਉਹਦੇ ਮਜ਼ਦੂਰ ਅਤੇ ਮਜਬੂਰ ਮਾਂ-ਬਾਪ ਹਾਲੇ ਚਿੰਤਾ ਵਿੱਚ ਸੀ। ਤੇ ਇੱਧਰ ਉਹ ਕਹਿੰਦੇ ਸਵੇਰ ਤੋਂ ਸ਼ਾਮ, ਸ਼ਾਮ ਤੋਂ ਸਵੇਰ ਸਾਡੇ ਹੁਣ ਥਾਣਿਆਂ ਦੇ ਚੱਕਰ ਲੱਗਦੇ ਆ। ਹੁਣ ਤੁਸੀਂ ਦੇਖੋ ਕਿਸ ਤਰ੍ਹਾਂ ਦੀਆਂ ਯੋਜਨਾ ਬਣਾਈਆਂ ਹੋਈਆਂ ਸੀ ਕਿ ਘਰ ਜਾ ਕੇ ਮਾਰਨਾ, ਪੁਲਿਸ ਦੀ ਵਰਦੀ ਪਾ ਕੇ ਮਾਰਨਾ, ਜਾਂ ਜੇ ਬਚ ਗਿਆ ਤਾਂ ਅਸੀਂ ਉਹਨੂੰ ਗ੍ਰਨੇਡ ਨਾਲ ਉਡਾ ਦੇਣਾ। ਯਾਰ ਇਸ ਤਰ੍ਹਾਂ ਦੀ ਕੀ ਕਰ ਦਿੱਤਾ ਸੀ? ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਕਿਹੜੇ ਕਾਰਨ ਰਹੇ ਹੋਣਗੇ, ਕਿਹੜੀ ਗੱਲ ਹੋ ਗਈ ਹੋਣੀ, ਕਿਹੜਾ ਪਹਾੜ ਢੱਠ ਗਿਆ ਸੀ ਜਿਹਦੇ ਕਰਕੇ ਉਸ ਗੱਭਰੂ ਨੂੰ ਮਾਰ ਕੇ ਰੱਖ ਦਿੱਤਾ। ਪਰ ਵੇਖਦੇ ਹਾਂ ਕਿ ਜਿਹੜੇ ਹਾਲੇ ਗ੍ਰਿਫਤ ਵਿੱਚ ਨਹੀਂ ਆਏ ਉਹਨਾਂ ਨੂੰ ਕਦੋਂ ਗ੍ਰਿਫਤਾਰੀ ਕੀਤੀ ਜਾਂਦੀ ਹੈ ਤੇ ਕਦੋਂ ਪਰਿਵਾਰ ਨੂੰ ਇਨਸਾਫ ਮਿਲਦਾ ਹੈ।
ਤੇ ਆਪਾਂ ਗੱਲ ਕਰਦੇ ਹਾਂ ਤੁਹਾਡੇ ਨਾਲ ਬੀਤੇ ਸਮੇਂ 'ਚ ਗੱਲ ਸਾਂਝੀ ਕੀਤੀ ਸੀ ਕਿ ਕੁਝ ਕੁ ਸਾਬਕਾ ਵਿਧਾਇਕ ਤੇ ਮੰਤਰੀ ਜਿਹੜੇ ਸਰਕਾਰੀ ਫਲੈਟ ਜਾਂ ਕੋਠੀਆਂ ਮਿਲੀਆਂ ਨੇ ਖਾਲੀ ਨਹੀਂ ਕਰਨਾ ਚਾਹੁੰਦੇ। ਹੁਣ ਇੱਕ ਨਵੀਂ ਖਬਰ ਹੋਰ ਮਿਲ ਗਈ ਕਿ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ 3 ਸਾਬਕਾ OSDs ਸਰਕਾਰੀ ਕੋਠੀਆਂ ਉਹ ਵੀ ਨਹੀਂ ਪਤੰਦਰ ਖਾਲੀ ਕਰ ਰਹੇ। ਆਮ ਰਾਜ ਪ੍ਰਬੰਧ ਵਿਭਾਗ ਨੇ ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਨੂੰ ਸਰਕਾਰੀ ਮਕਾਨ ਖਾਲੀ ਕਰਵਾਉਣ ਅਤੇ ਲੋੜੀਂਦੀ ਕਾਰਵਾਈ ਕਰਨ ਦੇ ਵਾਸਤੇ ਇੱਕ ਚਿੱਠੀ ਲਿਖ ਦਿੱਤੀ ਹੈ। ਜਾਣਕਾਰੀ ਦੇ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ OSD ਉਹਨਾਂ ਵਿੱਚ ਸੰਦੀਪ ਬਰਾੜ, ਅੰਕਿਤ ਬਾਂਸਲ ਅਤੇ ਜਗਦੀਪ ਸਿੰਘ ਸਿੱਧੂ ਨੂੰ ਸੈਕਟਰ 39 'ਚ 8 ਕੈਟਾਗਰੀ ਦੇ ਮਕਾਨ ਅਲਾਟ ਕੀਤੇ ਹੋਏ ਸੀ। ਕੈਪਟਨ ਅਮਰਿੰਦਰ ਸਿੰਘ 18 ਸਤੰਬਰ 2021 ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਂਭੇ ਕਰ ਦਿੱਤੇ ਗਏ ਅਤੇ ਇਹਨਾਂ ਤਿੰਨਾਂ ਸਾਬਕਾ ਵਿਸ਼ੇਸ਼ ਕਾਰਜ ਅਫਸਰਾਂ ਦਾ ਭਾਵ OSD ਦਾ ਕਾਰਜਕਾਲ ਵੀ ਨਾਲ ਹੀ ਖਤਮ ਹੋ ਗਿਆ। ਪਰ ਇਹਨਾਂ ਨੇ ਹਾਲੇ ਤੱਕ ਵੀ ਆਪਣੀਆਂ ਸਰਕਾਰੀ ਰਿਹਾਇਸ਼ਾਂ ਖਾਲੀ ਨਹੀਂ ਕੀਤੀਆਂ। ਆਮ ਰਾਜ ਪ੍ਰਬੰਧ ਵਿਭਾਗ ਨੇ ਜਾਰੀ ਪੱਤਰ ਦੇ ਵਿੱਚ ਕਿਹਾ ਹੈ ਕਿ ਪਿਛਲੀ ਸਰਕਾਰ ਦੇ ਦੌਰਾਨ ਮੁੱਖ ਮੰਤਰੀ ਦੇ ਨਾਲ ਜਿਹੜੇ OSD ਤਾਇਨਾਤ ਕੀਤੇ ਗਏ ਸੀ, ਜਿਨ੍ਹਾਂ ਨੂੰ ਕੈਟਾਗਰੀ 8 ਦੇ ਸਰਕਾਰੀ ਮਕਾਨ ਅਲਾਟ ਕੀਤੇ ਗਏ ਸੀ, ਇਸ ਚਿੱਠੀ ਦੇ ਅਨੁਸਾਰ 18 ਸਤੰਬਰ 2021 ਨੂੰ ਮੰਤਰੀ ਪਰਿਸ਼ਦ ਭੰਗ ਹੋਣ ਕਰਕੇ ਇਹਨਾਂ ਅਫਸਰਾਂ ਦਾ ਕਾਰਜਕਾਲ ਵੀ 18 ਸਤੰਬਰ ਨੂੰ ਨਾਲ ਹੀ ਸਮਾਪਤ ਹੋ ਗਿਆ। ਨਿਯਮ ਕੀ ਕਹਿੰਦੇ ਨੇ? ਨਿਯਮ ਇਹ ਕਹਿੰਦੇ ਨੇ ਕਿ ਅਲਾਟ 1 ਮਹੀਨੇ ਤੱਕ ਭਾਵ 17 ਅਕਤੂਬਰ ਤੱਕ ਆਮ ਕਿਰਾਏ ਤੇ ਮਕਾਨ ਦੇ ਵਿੱਚ ਰਹਿ ਸਕਦਾ ਸੀ ਜਾਂ ਉਸ ਮਕਾਨ ਨੂੰ ਰੱਖ ਸਕਦਾ ਸੀ। ਪਰ ਹੁਣ ਤੱਕ ਸੰਦੀਪ, ਅੰਕਿਤ ਅਤੇ ਜਗਦੀਪ ਨੇ ਇਹ ਆਪਣੀਆਂ ਸਰਕਾਰੀ ਰਿਹਾਇਸ਼ਾਂ, ਇਹ ਕੋਠੀਆਂ ਖਾਲੀ ਨਹੀਂ ਕੀਤੀਆਂ। ਵਿਭਾਗ ਨੇ ਇਹਨਾਂ ਤਿੰਨੇ ਅਣਅਧਿਕਾਰਤ ਕਬਜ਼ਾਕਾਰਾਂ ਨੂੰ ਚਿੱਠੀਆਂ ਭੇਜ ਦਿੱਤੀਆਂ ਨੇ, ਪੱਤਰ ਭੇਜ ਦਿੱਤੇ ਕਿ ਸਰਕਾਰੀ ਮਕਾਨ ਤੁਰੰਤ ਖਾਲੀ ਕਰ ਦਿਓ ਅਤੇ ਨਹੀਂ ਤਾਂ ਤੁਹਾਨੂੰ ਜੁਰਮਾਨਾ ਅਤੇ ਕਿਰਾਇਆ ਵੀ ਜਮ੍ਹਾਂ ਕਰਵਾਉਣਾ ਪਏਗਾ। ਵਿਭਾਗੀ ਪੱਤਰ ਦੇ ਅਨੁਸਾਰ ਮਕਾਨ ਖਾਲੀ ਨਾ ਕਰਨ ਤੇ ਉਹਨਾਂ ਦੇ ਖਿਲਾਫ PP ਐਕਟ 1971 ਤਹਿਤ ਕਾਰਵਾਈ ਕਰਨ ਦੀ ਚੇਤਾਵਨੀ ਵੀ ਦਿੱਤੀ ਗਈ ਹੈ। ਦੱਸਣਾ ਬਣਦਾ ਕਿ ਕਾਂਗਰਸ ਦੇ ਕਈ ਸਾਬਕਾ ਵਿਧਾਇਕਾਂ ਵੱਲੋਂ ਵੀ ਹਾਲੇ ਤੱਕ ਸਰਕਾਰੀ ਫਲੈਟ ਖਾਲੀ ਨਹੀਂ ਕੀਤੇ ਗਏ। ਪੰਜਾਬ ਵਿਧਾਨ ਸਭਾ ਸਕੱਤਰੇਤ ਸਾਬਕਾ ਵਿਧਾਇਕਾਂ ਨੂੰ ਫਲੈਟ ਖਾਲੀ ਕਰਨ ਲਈ ਕਈ ਵਾਰ ਲਿਖ ਚੁੱਕੀ ਹੈ, ਪਰ ਚੰਡੀਗੜ੍ਹ ਵਿੱਚ ਸਰਕਾਰੀ ਰਿਹਾਇਸ਼ ਦਾ ਆਨੰਦ ਮਾਣ ਰਹੇ ਵਿਧਾਇਕ ਸਰਕਾਰੀ ਫਲੈਟ ਹਾਲੇ ਤੱਕ ਛੱਡਣ ਨੂੰ ਤਿਆਰ ਨਹੀਂ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਕਈ ਸਾਬਕਾ ਵਿਧਾਇਕਾਂ ਨੇ ਤਾਂ ਆਪਣੇ ਫਲੈਟ ਅੱਗੇ ਸਬਲੈਟ ਵੀ ਕੀਤੇ ਹੋਏ ਨੇ, ਜਦੋਂ ਕਿ ਦੂਸਰੇ ਪਾਸੇ ਆਮ ਆਦਮੀ ਪਾਰਟੀ ਬਾਬ ਸੱਤਾਧਾਰੀ ਧਿਰ ਦੇ ਕਈ ਵਿਧਾਇਕ ਜਿਨ੍ਹਾਂ ਨੂੰ ਇਹ ਜਿਹੜੇ ਫਲੈਟ ਨੇ ਅਲਾਟ ਹੋਏ ਨੇ, ਉਹ ਚਾਬੀਆਂ ਲੈਣ ਨੂੰ ਤਰਸ ਰਹੇ ਨੇ, ਪਰ ਜਿਨ੍ਹਾਂ ਨੂੰ ਛੱਡਣੇ ਚਾਹੀਦੇ ਨੇ ਉਹ ਇਸ ਵਕਤ ਛੱਡ ਨਹੀਂ ਰਹੇ। ਸਾਡੀਆਂ ਨੀਤਾਂ ਦੇਖ ਲਓ ਕਿੱਥੇ ਖੜੀਆਂ ਨੇ। ਅਗਲਾ ਇੱਕ ਬਹੁ ਕਰੋੜੀ ਘੁਟਾਲੇ ਦਾ ਬੀਤੇ ਦਿਨਾਂ 'ਚ ਪਤਾ ਲੱਗਿਆ ਸੀ ਕਿ ਪੰਜਾਬ ਦੇ ਖੇਤੀਬਾੜੀ ਵਿਭਾਗ ਦੇ ਵਿੱਚ 1178 ਕਰੋੜ ਰੁਪਏ ਦਾ ਘਪਲਾ ਹੋਇਆ ਹੈ। ਉਸ ਘਪਲੇ ਨੂੰ ਲੈ ਕੇ ED ਦੇ ਵੱਲੋਂ ਬੇਨਿਯਮੀਆਂ ਪਾਈਆਂ ਗਈਆਂ ਜਾਂਚ ਦੇ ਵਿੱਚ ਹੁਣ ਉਹਨਾਂ ਬੇਨਿਯਮੀਆਂ ਤੋਂ ਬਾਅਦ ਖਬਰ ਮਿਲ ਰਹੀ ਹੈ ਕਿ ਪੰਜਾਬ ਸਰਕਾਰ ਨੇ ਵੀ ਇਸ ਮਸਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੰਜਾਬ ਦੇ ਵਿੱਤ ਵਿਭਾਗ ਦੇ ਵੱਲੋਂ ਇਸ ਘਪਲੇ ਦੇ ਵਿੱਤੀ ਪਹਿਲੂ ਦੀ ਘੋਖ ਕੀਤੀ ਜਾਊਗੀ ਅਤੇ ਸਬਸਿਡੀ ਵੰਡਣ ਦੀ ਪ੍ਰਣਾਲੀ ਨੂੰ ਟਰੈਕ ਕੀਤਾ ਜਾਏਗਾ। ਇਹਦੇ ਤੋਂ ਇਲਾਵਾ ਖੇਤੀਬਾੜੀ ਵਿਭਾਗ ਦੇ ਵੱਲੋਂ ਲਾਭਪਾਤਰੀ ਨੂੰ ਦਿੱਤੀਆਂ ਗਈਆਂ ਮਸ਼ੀਨਾਂ ਦੀ ਵੀ ਤਸਦੀਕ ਕੀਤੀ ਜਾਏਗੀ। ED ਵੱਲੋਂ ਕਥਿਤ ਤੌਰ ਤੇ ਪੰਜਾਬ ਦੇ ਖੇਤੀਬਾੜੀ ਵਿਭਾਗ ਨੂੰ ਰਿਪੋਰਟ ਦੇ ਨਾਲ ਇਹ ਆਖਿਆ ਗਿਆ ਕਿ ਸਾਰੀ ਜਾਂਚ ਪੜਤਾਲ ਸਾਡੇ ਤੱਕ ਕਰਕੇ ਦਿੱਤੀ ਜਾਵੇ। ਇਹਦੇ ਬਾਰੇ ਖੇਤੀਬਾੜੀ ਸਕੱਤਰ ਦਲਰਾਜ ਸਿੰਘ ਨੇ ਕਿਹਾ ਕਿ ਅਸੀਂ ਪਿਛਲੇ ਕੁਝ ਸਾਲਾਂ ਵਿੱਚ ਕਿਸਾਨਾਂ ਨੂੰ ਸਪਲਾਈ ਕੀਤੀ ਹਰੇਕ ਮਸ਼ੀਨ ਦੀ ਪੁਸ਼ਟੀ ਕਰਨ ਲਈ ਆਪਣੇ ਫੀਲਡ ਸਟਾਫ ਨੂੰ ਪਰਫਾਰਮਾ ਭੇਜ ਦਿੱਤਾ ਹੈ। ਉਹਨਾਂ ਪੁਸ਼ਟੀ ਕੀਤੀ ਹੈ ਕਿ ਵਿੱਤ ਵਿਭਾਗ ਦੇ ਵੱਲੋਂ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੱਸਣਾ ਬਣਦਾ ਕਿ ਮਾਮਲਾ ਉਸ ਸਮੇਂ ਭਖਿਆ ਸੀ ਜਦੋਂ ਪੰਜਾਬ ਦੇ ਸਾਬਕਾ ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਭਾ ਨੇ ਬੀਤੀ 8 ਮਾਰਚ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਦਮੋਦਰ ਦਾਸ ਮੋਦੀ ਨੂੰ ਇੱਕ ਚਿੱਠੀ ਲਿਖ ਕੇ ਇਸ ਘਪਲੇ ਦੇ ਬਾਬਤ ਜਾਣੂ ਕਰਵਾਇਆ ਸੀ। ਸਾਬਕਾ ਮੰਤਰੀ ਨੇ ਇਸ ਘਪਲੇ ਦੀ CBI ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ ਅਤੇ ਕਿਹਾ ਸੀ ਕਿ ਜਿਸ ਮਸ਼ੀਨਰੀ ਦਾ ਜ਼ਿਕਰ ਦਸਤਾਵੇਜ਼ਾਂ ਦੇ ਵਿੱਚ ਕੀਤਾ ਗਿਆ ਹੈ ਉਹ ਜ਼ਮੀਨ ਤੇ ਕਿਧਰੇ ਨਜ਼ਰ ਹੀ ਨਹੀਂ ਆਉਂਦੀ ਕਿ ਉਹਦੀ ਖਰੀਦੋ ਫਰੋਖਤ ਹੋਈ ਵੀ ਹੈ ਜਾਂ ਨਹੀਂ। ਚਿੱਠੀ ਦੇ ਵਿੱਚ ਜ਼ਿਕਰ ਕੀਤਾ ਗਿਆ ਸੀ ਕਿ ਰਾਸ਼ੀ ਗਬਨ ਕੀਤੀ ਗਈ ਹੈ। ਉਹਨਾਂ ਨੇ ਕਿਹਾ ਸੀ ਕਿ ਜਦੋਂ ਮੈਂ ਮਹਿਕਮੇ ਦਾ ਚਾਰਜ ਸੰਭਾਲਿਆ ਤਾਂ ਸਾਹਮਣੇ ਆਇਆ ਕਿ ਭਾਰਤ ਸਰਕਾਰ ਨੇ CRM ਸਕੀਮ ਤਹਿਤ 1178 ਕਰੋੜ ਤੇ 47 ਲੱਖ ਰੁਪਏ ਭੇਜੇ ਸੀ ਅਤੇ ਇਹ ਰਕਮ ਸਾਲ 2018-19 ਤੋਂ ਲੈ ਕੇ 2021-22 ਤੱਕ ਭੇਜੀ ਗਈ ਸੀ। ਕਾਕਾ ਰਣਦੀਪ ਸਿੰਘ ਨਾਭਾ ਨੇ ਇਸ ਸੰਬੰਧੀ ਵਿੱਤ ਸਕੱਤਰ ਖੇਤੀਬਾੜੀ ਤੋਂ ਜਾਣਕਾਰੀ ਮੰਗੀ ਸੀ, ਪਰ ਉਹਨਾਂ ਨੇ ਕੋਈ ਜਾਣਕਾਰੀ ਮੁਹੱਈਆ ਨਹੀਂ ਸੀ ਕਰਵਾਈ। ਫਿਰ ਉਹਨਾਂ ਨੇ ਚੰਨੀ ਸਰਕਾਰ ਨੂੰ ਵੀ, ਜਿਹਦੇ ਵਿੱਚ ਉਹ ਕੈਬਨਿਟ ਮੰਤਰੀ ਸੀ, ਉਹਦੇ ਬਾਬਤ ਜਾਣੂ ਕਰਵਾਇਆ। ਕਹਿੰਦੇ ਉਹਨਾਂ ਨੇ ਨਾ ਕੋਈ ਜਾਣਕਾਰੀ ਦਿੱਤੀ ਤੇ ਨਾ ਕੋਈ ਕਾਰਵਾਈ ਕੀਤੀ। ਉਹਦੇ ਤੋਂ ਬਾਅਦ ਫਿਰ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਲਿਖਿਆ ਸੀ।
ਹੁਣ ईडी ਅਤੇ ईडी ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਇਸ ਘਪਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹੁਣ ਤੁਸੀਂ ਦੇਖੋ, ਜਿਸ ਦਾ ਜ਼ਿਕਰ ਆਪਾਂ ਅਕਸਰ ਕਰਦੇ ਹੁੰਦੇ ਹਾਂ ਕਿ ਜਿਹਦਾ ਵੀ ਵਾਹ ਪੈਂਦਾ ਉਹੀ ਦਾ ਲਾਈ ਜਾਂਦਾ ਹੈ। ਹੁਣ ਵੇਖਦੇ ਹਾਂ ਕਿ ਇਸ ਘਪਲੇ ਦੇ ਵਿੱਚ ਕੌਣ ਸ਼ਾਮਲ ਸੀ। ਕੀ ਸਿਰਫ ਅਫਸਰਸ਼ਾਹੀ, ਕੀ ਕੁਝ ਲੀਡਰ, ਕੀ ਕੋਈ ਮੰਤਰੀ, ਕੀ ਮੁੱਖ ਮੰਤਰੀ। ਇਹ ਵੇਖਣਾ ਹੋਏਗਾ ਕਿ 1178 ਕਰੋੜ ਤੋਂ ਵੱਧ ਰੁਪਈਆ ਕੌਣ ਖਾ ਗਿਆ ਔਰ ਕਿਹਨੇ ਕਿੰਨਾ ਖਾਧਾ। ਵੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੌਣ ਜ਼ਾਹਰ ਹੁੰਦਾ, ਕੌਣ ਜੱਗਰ ਹੁੰਦਾ। ਪਰ ਅੱਜ ਦੇ ਪ੍ਰੋਗਰਾਮ 'ਚ ਮੈਂ ਖਬਰ ਸਾਂਝੀ ਕੀਤੀ ਹੈ ਕਿ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਿਨ੍ਹਾਂ ਨੇ ਪੰਜਾਬ ਦੇ ਖਜ਼ਾਨੇ ਦੀ ਲੁੱਟ ਕੀਤੀ ਹੈ, ਛੱਡਣਾ ਕੋਈ ਨਹੀਂ, ਸਾਰਿਆਂ ਦੇ ਮੂੰਹ ਤੋਂ ਨਕਾਬ ਲਾਹਾਂਗੇ। ਵੇਖਦੇ ਹਾਂ ਕਿ ਕਿਹਦੇ ਮੂੰਹ ਤੋਂ ਨਕਾਬ ਕਦੋਂ ਲੱਥਦਾ ਹੈ ਅਤੇ ਫਿਰ ਪੰਜਾਬ ਦੇ ਲੋਕ ਆਗਾਮੀ ਚੋਣਾਂ ਵਿੱਚ ਉਹਨਾਂ ਤੋਂ ਬਦਲਾ ਕਿਵੇਂ ਲੈਂਦੇ ਨੇ। ਸੋ ਦੋਸਤੋ, ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ। ਧਿਰ ਰੱਖਾ।